सत श्री अकाल जी, मैं हरलीन सानी, बहुत बहुत स्वागत है साਰਿਆਂ ਦਾ। ਤੁਸੀਂ देख रहे हो प्रोग्राम ਜਿਹਦਾ ਨਾਮ है जी वीज़ा लाइव। इस प्रोग्राम ਦੇ ਵਿੱਚ ਤੁਹਾਡੇ ਵੱਲੋਂ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ, ਸਾਡੇ ਵੱਲੋਂ ਜਵਾਬ ਦਿੱਤੇ ਜਾਂਦੇ ਆ, ਲੇਕਿਨ ਅਕਸਰ ਸਾਡੇ ਨਾਲ ਕੋਈ ਨਾ ਕੋਈ ਗੈਸਟ ਮੌਜੂਦ ਹੁੰਦਾ ਹੈ ਜੋ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਇੱਥੇ ਪਹੁੰਚਦੇ ਨੇ। ਤੇ ਅੱਜ ਸਾਡੇ ਨਾਲ ਬਹੁਤ ਸਪੈਸ਼ਲ ਗੈਸਟ ਮੌਜੂਦ ਹੈ ਵਿਲਵਿਨ ਤੋਂ, ਪ੍ਰਿयंका ਅਰੋੜਾ ਜੀ ਐਂਡ ਮਨੀਸ਼ ਅਰੋੜਾ ਜੀ। ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਦੋਨਾਂ ਦਾ? ਵਧੀਆ ਜੀ, ਬਿਲਕੁਲ ਠੀਕ ਹੈ ਜੀ, ਵਧੀਆ ਹੋਣਾ ਵੀ ਚਾਹੀਦਾ ਹੈ। ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੇਖੋ ਸ਼ੋਅ ਚੱਲ ਰਿਹਾ, ਥੱਲੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਐਂਡ ਅगर ਤੁਹਾਡਾ ਫੋਨ ਨਹੀਂ ਮਿਲਦਾ ਤੁਸੀਂ ਸ਼ੋਅ ਤੋਂ ਬਾਅਦ ਵੀ ਕਰ ਸਕਦੇ ਹੋ। ਲੇਕਿਨ ਹਮੇਸ਼ਾ ਮੈਂ ਇੱਕ ਚੀਜ਼ ਕਹਿੰਦੀ ਹੁੰਦੀ ਹੈ, ਸਹੀ ਰਾਹ ਜਾਇਆ ਕਰੋ, ਗਲਤ ਰਾਹ ਨਾ ਪਿਆ ਕਰੋ ਐਂਡ ਹਮੇਸ਼ਾ ਉਹਨਾਂ ਤੋਂ ਹੀ ਸਲਾਹ ਲਿਆ ਕਰੋ ਜੋ ਤੁਹਾਡੇ ਨਾਲ ਟਰਾਂਸਪੇਰੈਂਸੀ ਦਿਖਾਉਂਦੇ ਆ। ਤੇ ਅੱਜ ਆਇਲਸ ਦੀ ਗੱਲਬਾਤ ਵੀ ਅਸੀਂ ਕਰਾਂਗੇ ਜੋ ਆਇਲਸ ਬੱਚੇ ਪੜ੍ਹਨਾ ਚਾਹੁੰਦੇ। ਸਭ ਤੋਂ ਪਹਿਲਾਂ ਪ੍ਰਿयंका ਮੈਮ ਤੁਹਾਨੂੰ ਸਵਾਲ ਰਹੇਗਾ ਕਿਉਂਕਿ CBSE ਦਾ ਰਿਜ਼ਲਟ ਆ ਚੁੱਕਾ ਹੈ, ਬਹੁਤ ਸਾਰੇ ਬੱਚੇ ਹੁਣ ਸੋਚ ਰਹੇ ਹੋਣਗੇ ਕਿ ਅਸੀਂ ਆਇਲਸ ਪੜ੍ਹਨੀ ਹੈ। ਜਿਹੜੇ ਚੰਡੀਗੜ੍ਹ ਦੇ ਵਿੱਚ ਹੈਗੇ ਆ ਤੁਹਾਡੇ ਕੋਲ ਆਇਲਸ ਅਗਰ ਵਿਲਵਿਨ ਕੋ ਆਉਣਾ ਚਾਹੁੰਦੇ ਆ ਤੇ ਕਿਉਂ ਆਉਣ? ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ जी। विलविन अपने ब्रांड ਲਈ बहुत नोन है, प्लस जो हमारे रिजल्ट्स आ रहे हैं दे आर आउटस्टैंडिंग। हमारी जो टीम है वो बहुत एक्सपीरियंस्ड और सारे ट्रेंड ट्रेनर से बनी हुई है। हम बच्चे को एक्स्ट्रा टाइम डिवोट करते हैं, उसको 1-to-1 अटेंशन देते हैं। हमारी ऑडियो विजुअल एड्स द्वारा पढ़ाया जाता है ताकि बच्चा बोर ना हो, लगन के साथ पढ़े। कोई डाउट हो तो हमारे स्पेशल डाउट सेशन क्लासेस होती हैं सैटरडे को 2 घंटे की, जहाँ पे बच्चा आके अपने डाउट पूछ सकता है। स्टडी मटेरियल हमारे द्वारा दिया जाता है। अच्छा, सब कुछ ये पॉसिबिलिटी ਤੁਹਾਡੇ ਉੱਧਰ ਹੋ ਜਾਂਦੀ ਹੈ, ਰਾਈਟ? ਠੀਕ ਹੈ ਮੈਮ, ਆਇਲਸ ਦੀ ਗੱਲਬਾਤ ਕਰਾਂਗੇ ਤੇ ਇਮੀਗ੍ਰੇਸ਼ਨ ਕੇ ਬਾਰੇ, ਜਿੱਦਾਂ ਕਿ ਕੈਨੇਡਾ ਤੇ ਆਸਟ੍ਰੇਲੀਆ ਤੁਸੀਂ ਜਾਣਾ ਚਾਹੁੰਦੇ ਹੋ ਉਹਦੇ ਬਾਰੇ ਅਸੀਂ ਮੁਨੀਸ਼ ਸਰ ਨਾਲ ਗੱਲਬਾਤ ਕਰਾਂਗੇ। ਮਿਕਸ ਐਂਡ ਮੈਚ ਰਹੇਗਾ, ਲੇਕਿਨ ਤੁਹਾਡੇ ਜਿਹੜੇ ਸਵਾਲ ਹੈ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਹੁਣ ਅਸੀਂ ਕੈਨੇਡਾ ਵੱਲ ਥੋੜਾ ਰੁਕ ਕਰ ਲੈਂਦੇ ਹਾਂ। ਕੈਨੇਡਾ ਲਈ ਜਾਣ ਲਈ ਤੁਸੀਂ ਬਹੁਤ ਐਕਸਾਈਟਡ ਰਹਿੰਦੇ ਹੋ, ਲੇਕਿਨ ਇਨਟੇਕ ਪੁੱਛਣਾ ਜ਼ਰੂਰੀ ਹੈ ਕਿ ਅੱਜ ਦੇ ਟਾਈਮ 'ਚ ਕਿਹੜਾ ਇਨਟੇਕ ਪੋਸੀਬਲ ਹੈ ਅਗਰ 12ਵੀਂ ਵਾਲਾ ਬੱਚਾ ਹੁਣ ਜਾਣਾ ਚਾਹੁੰਦਾ ਆਇਲਸ ਪੜ੍ਹਨ। ਹਜੇ ਇਹਨੇ ਪੜ੍ਹੀ ਨਹੀਂ ਹੈ, ਸਪੋਜ਼ ਕਰੋ ਹਜੇ ਪੜ੍ਹੇਗਾ, 2 ਮਹੀਨੇ लगाएगा, ਹੁਣ ਫਿਰ ਕਿਹੜਾ ਇਨਟੇਕ ਤੁਸੀਂ ਸਜੈਸਟ ਕਰੋ? ਹਰੇ ਐਟ ਦਿਸ ਪੁਆਇੰਟ ਇਨ ਟਾਈਮ ਸੈਪਟੈਂਬਰ ਇਨਟੇਕ ਇਜ਼ ਅਵੇਲੇਬਲ। ਓਕੇ, ਬਟ ਅਗਰ ਬੱਚਾ ਹਲੇ ਆਇਲਸ ਕਰਨਾ ਚਾਹ ਰਿਹਾ ਹੋਵੇ ਤੇ ਕੰਸੀਡਰਿੰਗ ਇਟ ਕਿ 2 ਮਹੀਨੇ ਨੂੰ ਆਇਲਸ ਕਰਨ ਚ ਲੱਗਣਗੇ ਤੇ ਵਿਚ ਮੀਨਸ ਕਿ ਜਨਵਰੀ ਇਨਟੇਕ ਤੱਕ ਬੱਚਾ ਉਹਦੇ ਵਾਸਤੇ ਰੈਡੀ ਹੋਏਗਾ। ਠੀਕ ਹੈ, ਮਤਲਬ ਕਿ ਜੋ ਸੈਪਟੈਂਬਰ ਇਨਟੇਕ ਦੀ ਗੱਲਬਾਤ ਅਸੀਂ ਕਰ ਰਹੇ ਹਾਂ। ਸੈਪਟੈਂਬਰ ਇਨਟੇਕ ਲਈ ਜਾਣ ਲਈ ਬੱਚਿਆਂ ਨੂੰ ਪਹਿਲਾਂ ਤਾਂ ਮੈਨੂੰ ਦੱਸੋ ਮਾਰਕਸ ਕਿੰਨੇ ਆਉਣੇ ਚਾਹੀਦੇ ਆ? ਯਾਨੀ ਕਿ ਜੋ ਕਮਰਸ, ਨਾਨ ਮੈਡੀਕਲ, ਮੈਡੀਕਲ ਤੇ ਆਰਟਸ, ਸਾਡੇ ਕੋਲ 4 ਸਟਰੀਮ ਹੁੰਦੀ ਇੰਡੀਆ ਦੇ ਵਿੱਚ, ਤੇ ਕਿੰਨੇ ਕੁ ਮਾਰਕਸ ਤੁਸੀਂ ਅਸੈਪਟ ਕਰ ਰਹੇ ਹੋ ਤੇ ਆਇਲਸ ਕਿੰਨੇ ਕੁ ਅਸੈਪਟ ਕਰ ਰਹੇ ਹੋ? ਆਇਲਸ ਸਕੋਰ ਸੀ ਪਹਿਲੇ ਦੇ ਮਾਰਕਸ ਜਿੰਨੇ ਚੰਗੇ ਹੋਣਗੇ ਉਹਨਾਂ ਵੀਜ਼ਾ ਸਕਸੈਸ ਰੇਟ ਅੱਛੀ ਹੋਗੀ, ਬਟ ਐਨੀ ਵਿਚ ਵੇਜ਼ 60% ਤੋਂ ਉੱਪਰ ਮਾਰਕਸ ਹੋਣੇ ਚਾਹੀਦੇ ਨੇ। प्रेफरेबली you should have at least 6 बैंड in each category of module। अगर 6.5 बैंड प्लस है तो पोस्ट ग्रेजुएशन से एडमिशन मिल जाती है। ओके, और 6 तो ऊपर है तो अंडर ग्रेड से बच्चा एलिजिबल है। राइट मुनीश जी, अजकल ना बहुत ज़्यादा एक डिमांड ਦੇ ਵਿੱਚ PT ਵੀ ਹੈਗੀ ਆ। ਪ੍ਰਿयंका ਮੈਮ ਵਿਲ ਬੀ ਐਗਰੀ ਵਿਦ ਮੀ ਕਿ PT ਅਸੈਪਟ ਹੁੰਦੀ ਕਿ ਨਹੀਂ, ਕਿਉਂਕਿ ਨੌਨ SDS ਮੰਨਿਆ ਜਾਂਦਾ ਹੈ PT ਨੂੰ, ਲੇਕਿਨ ਅੰਬੈਸੀ ਨੇ ਕਿੱਥੇ ਨਹੀਂ ਲਿਖਿਆ ਆਪਣੀ ਵੈਬਸਾਈਟ ਤੇ ਕਿ ਅਸੀਂ PT ਅਸੈਪਟ ਨਹੀਂ ਕਰਾਂਗੇ। ਲੇਕਿਨ ਬਹੁਤ ਸਾਰੇ ਇੱਦਾਂ ਦੇ ਕੰਸਲਟੈਂਟ ਆ ਜਿਹੜੇ ਕਹਿੰਦੇ PT ਮੇ ਬੀ 50% ਚਾਂਸ ਆਣਗੇ ਵੀਜ਼ਾ ਕਿ 50% ਨਹੀਂ ਆਏਗਾ। ਤੁਸੀਂ ਕੀ ਕਹਿਣਾ ਚਾਹੋਗੇ? सी अगर आप स्टैट्स देखिए तो वीज़ा सक्सेस रेट इन नॉन SDS लास्ट 2 साल च बहुत ही ख़राब रही हैगी है। राइट सो इट इज़ होवरिंग अराउंड 15 to 20%। हाउएवर इन SDS दी वीज़ा सक्सेस रेट इज़ अराउंड 85%। ओके, सो मेरा पहली तो इल्ज़ा बच्चा नाल ही रहेगी, अगर कैनेडा तुहाडा डेस्टिनेशन हैगा तो प्लीज़ ट्राई एंड डू आइल्स और चंगे स्कोर, चंगे बैंड लैके आओ। राइट, इट विल बी फार ईजियर फॉर यू टू क्वालीफाई फॉर कैनेडा वीज़ा। राइट। साडे नाल कॉलर जुड़ चुके, गलबात कर लैंदे। हाँ जी, सत श्री अकाल। हेलो हेलो हेलो, आई थिंक नैटवर्क इशू आ रहा है। मैं थोड़ी जी रिक्वेस्ट करना चाहूँगी, प्लीज़ नैटवर्क पे आके गलबात करा करो एंड TV की आवाज़ घटा के, सो डैट इको ना हो पाए एंड ज़्यादा तो ज़्यादा मैं चाहनी होंगी कि साढ़े क्वेश्चन है कवर हो जाए। ਪ੍ਰਿयंका मैम, एक चीज़ हैगी है जिदा PT की ही गलबात ਹੁਣ ਅਸੀਂ ਲੈ ਲੈਂਦੇ ਹਾਂ। ਤੇ ਜਦੋਂ ਤੁਹਾਡੇ ਕੋਲ ਕੋਈ ਬੱਚਾ ਆਂਦਾ ਹੈ ਆਇਲਸ ਪੜ੍ਹਨ ਲਈ ਤੇ ਤੁਸੀਂ ਸੁਜੈਸਟ ਕਰਦੇ ਹੋ ਉਹਨਾਂ ਨੂੰ ਤੁਸੀਂ PT ਕਰਕੇ ਕੈਨੇਡਾ ਚੱਲ ਜਾਓ? देखो, अगर आइल्स में बार बार स्कोर नहीं आ रहा है, मुश्किल हो रही है, बार बार किसी एक पर्टिकुलर मॉड्यूल में रीडिंग में रह रहा है या राइटिंग में रह रहा है, हम पहले पूरी कोशिश करते हैं उसके उस मॉड्यूल में निकालने की और हमारा रिजल्ट भी आता है। ठीक है, हम रीडिंग के ऊपर एक्स्ट्रा फोकस देते हैं, एक्स्ट्रा फोकस हम राइटिंग पे देते हैं तो हमारा रिजल्ट आ जाता है। लेकिन अगर मैं बात करूँ फिर भी वो बच्चा चाहता है कि मैं पहले PT ट्राई करूँ तो हम उसकी हेल्प करते हैं PT ट्राई करने में। हमारे पास वेल इक्विप्ड लैब्स हैं जहाँ पे PT का
सॉफ्टवेयर चलता है जहाँ अच्छा। पीटी एक्रेडिटेड हमारे ट्रेनर्स हैं, सो वो हेल्प करते हैं बच्चा अच्छे स्कोर ले सके पीटीई में, ताकि उसको आइल्स की रिक्वायरमेंट जो है वो पूरी हो जाए उसकी। ਤੁਹਾਡੀ ਇੱਕ ਰਿਜ਼ਲਟ ਦੀ ਗੱਲਬਾਤ ਕਰਦੇ ਆ, ਅਗਰ ਤੁਹਾਡੀ ਵੈਬਸਾਈਟ ਦੇਖੀ ਜਾਵੇ ਜਾਂ ਕੋਈ ਵੀ ਅੱਜ ਕੱਲ੍ਹ ਤੇ ਨਿਊਜ਼ਪੇਪਰ ਵੀ ਖੋਲਦੇ ਆ ਤੇ ਤੁਹਾਡਾ ਨਾਮ ਆ ਹੀ ਜਾਂਦਾ ਕਿਤੇ ਨਾ ਕਿਤੇ ਵਿਲਵਿਨ ਤੋਂ, ਮਤਲਬ ਆਲਮੋਸਟ 99% ਸਕਸੈਸ ਐਂਡ ਰਿਜ਼ਲਟ ਅੱਛੇ ਆਏ, ਰਾਈਟ? ਤੇ ਇਹ ਚੀਜ਼ਾਂ ਮੈਟਰ ਮੈਡਮ ਕਿੱਦਾਂ ਕਰਦੀ? ਬਿਕੋਜ਼ ਅੱਜ ਕੱਲ੍ਹ ਅਗਰ ਦੇਖਿਆ ਜਾਵੇ ਆਇਲਸ ਇੰਸਟੀਚਿਊਟ ਸਿਰਫ ਇੱਕ ਬਿਜ਼ਨਸ ਬਣ ਕੇ ਰਹਿ ਗਿਆ, ਕੁਝ ਸਿਰਫ ਬੱਚਿਆਂ ਨੂੰ ਟੀਚਰ ਬਣਾ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਹੀ ਉਹ ਚਲੋ ਜਿਹੜੇ 7 ਬੈਂਡ ਆਏ ਉਹ ਹੀ ਪੜ੍ਹਾਉਣੇ ਸ਼ੁਰੂ ਕਰ ਦਿੰਦੇ ਆ। ਤੁਹਾਡਾ ਕਿੱਦਾਂ ਸਿਸਟਮ ਚੱਲਦਾ? पहली बात तो हरलीन आप ही की बात से लेते हुए मैं आपको ये बताऊंगी कि जितने भी हमारे ट्रेनर्स हैं वो सर्टिफाइड ट्रेनर्स हैं, हम बच्चों को पिक करके नहीं लेते हैं। दूसरी बात, इंडिविजुअल अटेंशन बहुत ज़रूरी है, एक इंडिविजुअल दूसरे इंडिविजुअल से बहुत अलग होता है, तो इंडिविजुअल अटेंशन दी जाती है। हमारे यहाँ पे एक्स्ट्रा कोचिंग दी जाती है, जिस भी कमज़ोर मॉड्यूल में आप कमज़ोर हो उस मॉड्यूल के ऊपर एक्स्ट्रा क्लासेस फ्री ऑफ कॉस्ट लगाई जाती हैं, ग्रामर की एक्स्ट्रा क्लासेस लगाई जाती हैं, जो रिजल्ट में हेल्प करती हैं। राइट, साइड कॉलर जुड़ चुकी, गलबात कर लेने। हेलो, सत श्री अकाल। सत श्री अकाल जी। नाम दस दो, कितों गल कर रहे हो जी? मैं विभा हूँ, मैं लुधियाना पंजाब से बात कर रही हूँ। जी मैम। मुझे मेरा क्वेश्चन था कि मैं एक्चुअली ना मैंने 3 बार रीडिंग आइल्स दी है, तो उसमें मैं 3 बार रीडिंग में रह चुकी हूँ। ठीक है तो जी। मैं अपनी रीडिंग और सारे मॉड्यूल्स को अच्छा करने के लिए मैं क्या कर सकती हूँ? ओके, ते वैसे दस सकते हो कितना की होया तुसी? प्लस 2 हो, ग्रेजुएशन? हाँ जी, मैं 12th की है, हाले मेरे रिसेंटली 2023 से ही रिजल्ट कंप्लीट होया है। ओके ओके, ठीक है जी। हाँ जी, ठीक है, थैंक यू सो मच कॉल करने ਲਈ। मैम सवाल वधिया, लेकिन मेरा इच एक होर सवाल है, लुधियाना दे ने ਇਹ ਫਿਰ ਤੁਹਾਡੇ ਤੋਂ ऑनलाइन क्लासेस लाइन कितना तुसी? हाँ जी, आइल्स की हमारे यहाँ ऑनलाइन क्लासेस भी हैं, और क्वेश्चन को, सवाल को एड्रेस करते हुए मैं कहूँगी कि जो रीडिंग में आप बार बार फेल हो रहे हो, इसमें आपको ये चेकआउट करना है कि कौन सा ऐसा पर्टिकुलर टास्क है, आप ट्रू फॉल्स खराब कर रहे हो, मैच द हेडिंग है, इन्फॉर्मेशन, अलग अलग टास्क होते हैं, किस पर्टिकुलर टास्क में आप खराब कर रहे हो, हम उस टास्क के ऊपर काम करेंगे। छोटी चीज़ पे काम कर ही बड़ी चीज़ खड़ी कर सकते हैं, राइट। तो पहले आपकी छोटी चीज़ पे काम करेंगे, अगर वो ग्रामर है तो ग्रामर ठीक करेंगे, रीडिंग स्किल है तो वो ठीक करेंगे, फिर आप रीडिंग में क्लियर कर सकते हो इजीली। ठीक है जी, इदां ही सवाल पुछदे रहो, कॉल करदे रहो, ਤਾਂ ਹੀ ਤੁਹਾਡੇ ਜਵਾਬ ਜਿਹੜੇ ਆ ਸਾਡੇ ਤੋਂ ਮਿਲਣਗੇ। ਤੇ ਹੁਣ ਅਸੀਂ ਮੁਨੀਸ਼ ਸਰ ਨੂੰ ਇੱਕ ਹੋਰ ਚੀਜ਼ ਮੈਂ ਪੁੱਛਣਾ ਚਾਹੁੰਦੀ ਹਾਂ, ਕੈਨੇਡਾ ਨੂੰ ਹੀ ਲੈ ਕੇ ਗੱਲਬਾਤ ਕਰ ਲੈਂਦੇ ਹਾਂ। ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਵੀ ਸਰ ਅੱਜ ਕੱਲ੍ਹ ਜਿਵੇਂ ਕਿਹਾ ਜਾ ਰਿਹਾ ਕਿ ਪੰਜਾਬ ਹਰਿਆਣਾ ਦਾ ਬੱਚਾ ਜਿਹੜਾ ਅਸੀਂ ਨਹੀਂ ਲੈਣਾ ਹੈ ਉੱਥੇ, ਕਿਉਂਕਿ ਪਿੱਛੇ ਅਗਰ ਦੇਖਿਆ ਜਾਵੇ ਨਿਊਜ਼ ਆਈ ਸੀ 1-2 ਮਹੀਨੇ ਹੋ ਚੁੱਕੇ ਕਿ 700 ਬੱਚਾ ਡਿਪੋਰਟ ਕੀਤਾ ਜਾਏਗਾ ਜਦੋਂ PR ਲੈਣ ਲੱਗਾ ਸੀਗਾ। ਤੇ ਇਹ ਚੀਜ਼ਾਂ ਕਰਕੇ ਆਸਟ੍ਰੇਲੀਆ ਤੇ ਕੈਨੇਡਾ ਥੋੜਾ ਡਰ ਗਿਆ ਹੈ, ਪੰਜਾਬ ਹਰਿਆਣਾ ਦੇ ਬੱਚੇ ਨੂੰ ਨਹੀਂ ਲੈ ਰਿਹਾ। ਅਗਰ ਇਹ ਰੂਮਰ ਹੈਗਾ ਤੇ ਫਿਰ ਸੱਚਾਈ ਕੀ ਹੈ? ਅਗਰ ਇਹ ਸੱਚਾਈ ਹੈ ਤਾਂ ਫਿਰ ਅਸੀਂ ਬੱਚੇ ਜਾਵਾਂਗੇ ਕਿੱਧਰ? See Harleen, थोड़ी जी सही information and partially this is incorrect also. Okay. Because these are misleading information ਜਿਹੜੇ ਮਾਰਕੀਟ ਵਿੱਚ ਫਲੋਟ ਹੋ ਰਹੀਆਂ ਨੇ। ਅਗਰ ਤੁਸੀਂ ਅੱਜ ਵੀ ਤੁਹਾਡੀ ਪ੍ਰੋਫਾਈਲ ਅੱਛੀ ਹੈ, ਤੁਹਾਡੇ ਕੋਲ ਸਕੋਰ ਅੱਛੇ ਨੇ, ਯੂ ਹੈਵ ਨੋ ਗੈਪਸ, ਔਰ ਇਨ ਕੇਸ ਅਗਰ ਤੁਹਾਡਾ ਗੈਪ ਹੈਗਾ ਔਰ ਜਸਟੀਫਾਈਡ ਹੈ, ਅੱਜ ਵੀ ਵੀਜ਼ਾ ਨਾ ਤੇ ਆਸਟ੍ਰੇਲੀਆ ਰੋਕ ਰਿਹਾ ਹੈ ਨਾ ਹੀ ਕੈਨੇਡਾ ਰੋਕ ਰਿਹਾ ਹੈ। ਇਫ ਆਈ ਟਾਕ ਅਬਾਊਟ ਵਿਲਵਿਨ, ਲਾਸਟ 3 ਇਨਟੇਕ ਸਾਡਾ ਕੈਨੇਡਾ ਦਾ ਵੀਜ਼ਾ ਰਿਜੈਕਸ਼ਨ ਰੇਟ ਇਜ਼ 0, which means 100% visa success ਹੋਇਆ ਹੈ। ਅੱਛਾ। ਐਂਡ ਉਹਦਾ ਕਾਰਨ ਇੱਕੋ ਹੀ ਹੈਗਾ, ਵੀ ਵਰਕ ਔਨ ਈਚ ਪ੍ਰੋਫਾਈਲ, ਅਸੀਂ ਉਹਨੂੰ ਚੰਗੀ ਤਰ੍ਹਾਂ ਸਟਿਚ ਕਰਕੇ ਹਰ ਚੀਜ਼ ਨੂੰ ਦੇਖ ਕੇ ਬਿਲਕੁਲ ਜੈਨੂਇਨ ਤਰੀਕੇ ਨਾਲ ਅਸੀਂ ਬੱਚਾ ਦੇ ਕੇਸ ਫਾਈਲਿੰਗ ਕਰਦੇ ਹੈਗੇ ਆ। ਐਂਡ ਇਫ ਯੂ ਆਰ ਡੂਇੰਗ ਅ ਰਾਈਟ ਥਿੰਗ, ਉਹਦੇ ਰਿਜ਼ਲਟ ਚੰਗੇ ਹੀ ਆਉਣਗੇ। ਰਾਈਟ, ਅਗਰ ਵਿਲਵਿਨ ਦੀ ਗੱਲਬਾਤ ਹੋਰ ਵੀ ਕੀਤੀ ਜਾਵੇ, ਤੁਸੀਂ ਹਮੇਸ਼ਾ ਟਰਾਂਸਪੇਰੈਂਸੀ ਹੀ ਆਪਣਾ ਕ੍ਰਿਸਟਲ ਕਲੀਅਰ ਰਹਿੰਦੇ ਹੋ ਬੱਚਿਆਂ ਦੇ ਨਾਲ। ਮੈਂ ਪੁੱਛਣਾ ਚਾਹੂੰਗੀ ਜੋ ਗੈਪ ਆ ਤੁਸੀਂ ਕਿੰਨਾ ਕੁ ਅਸੈਪਟ ਕਰਦੇ ਹੋ? ਕਿਉਂਕਿ ਕੈਨੇਡਾ ਬਹੁਤ ਸਾਰੇ ਇੱਦਾਂ ਦੇ ਹੈਗੇ ਜੋ 20 ਸਾਲ ਦਾ ਵੀ ਗੈਪ ਅਸੈਪਟ ਕਰ ਰਹੇ। ਇਜ਼ ਇਟ ਪੋਸੀਬਲ ਟੂ ਅਸੈਪਟ ਦਿਸ ਟਾਈਪ ਆਫ ਗੈਪ ਇੰਨੇ ਸਾਲ ਦਾ? ਸੀ ਪਹਿਲੀ ਚੀਜ਼ ਤੇ ਇਹਨੂੰ ਗੈਪ ਨਹੀਂ ਕਹਾਂਗੇ, ਗੈਪ ਇਜ਼ ਸਮਥਿੰਗ ਜਿੱਥੇ ਤੁਸੀਂ ਕੁਝ ਕੰਮ ਨਹੀਂ ਕੀਤਾ ਹੋਇਆ। ਅਗਰ ਤੁਸੀਂ ਪੜ੍ਹਾਈ ਤੋਂ ਬਾਅਦ 7 ਸਾਲ 8 ਸਾਲ 10 ਸਾਲ ਨੌਕਰੀ ਕੀਤੀ ਹੋਈ ਹੈ ਔਰ ਤੁਸੀਂ ਆਪਣੀ ਕਰੀਅਰ ਐਨਹਾਂਸਮੈਂਟ ਵਾਸਤੇ, ਆਪਣੀ ਸਕਿੱਲ ਬਿਲਡਿੰਗ ਵਾਸਤੇ ਔਰ ਆਪਣੇ ਕਰੀਅਰ ਦੀ ਗਰੋਥ ਵਾਸਤੇ ਅੱਗੇ ਜਾਣਾ ਚਾਹੁੰਦੇ ਹੈਗੇ ਹੋ ਪੜ੍ਹਨ ਵਾਸਤੇ, ਇਟਸ ਅ ਵੈਲਿਡ ਵੇ ਟੂ ਗੋ ਦੇਅਰ, ਪ੍ਰੋਵਾਈਡਡ ਯੋਰ ਕੇਸ ਇਜ਼ ਬੀਇੰਗ ਪੁੱਟ ਅਪ ਇਨ ਅ ਰਾਈਟ ਵੇ, ਚੰਗੇ ਤਰੀਕੇ ਨਾਲ ਉਹਨੂੰ ਐਕਸਪਲੇਨ ਕੀਤਾ ਜਾਏ। ਆਈ ਥਿੰਕ 2 ਥਿੰਗਸ ਆਰ ਵੈਰੀ ਵੈਰੀ ਇੰਪੋਰਟੈਂਟ ਜਦੋਂ ਵੀ ਤੁਸੀਂ SOP ਲਿਖਵਾਉਂਦੇ ਹੋ। ਸਭ ਤੋਂ ਪਹਿਲੇ ਮੋਟੀਵੇਸ਼ਨ ਬਿਹਾਈਂਡ ਦਿਸ ਕੋਰਸ, ਕਿਉਂ ਤੁਸੀਂ ਇਹ ਕੋਰਸ ਚੁਣਨਾ ਚਾਹੁੰਦੇ ਹੈਗੇ ਹੋ, ਟਰਾਈ ਐਂਡ ਪੁੱਟ ਜਿੰਨਾ ਐਮਫੈਸਿਸ ਦੇ ਸਕਦੇ ਹੋ ਦਿਓ ਉਹਦੇ ਉੱਪਰ। ਸੈਕੰਡ ਥਿੰਗ, ਦੀ ਆਊਟਕਮ ਆਫ ਦਿਸ ਕੋਰਸ, ਇਹ ਕੋਰਸ ਕਰਨ ਤੋਂ ਬਾਅਦ 20 ਲੱਖ 30 ਲੱਖ ਰੁਪਏ ਖਰਚਣ ਤੋਂ ਬਾਅਦ ਐਸਾ ਕਿਆ ਹੋਏਗਾ ਕਿ ਤੁਹਾਡਾ ਕਰੀਅਰ
ਬੂਸਟ ਕਰੇਗਾ ਜਾਂ ਤੁਹਾਡੇ ਕੈਰੀਅਰ ਵਿੱਚ ਓਪਰਚੁਨਿਟੀਜ਼ ਹੋਰ ਮਿਲਣਗੀਆਂ। ਰਾਈਟ ਅਗਰ ਇਹ ਦੋਨਾਂ ਚੀਜ਼ਾਂ ਨੂੰ ਤੁਸੀਂ ਠੀਕ ਢੰਗ ਨਾਲ ਪੇਸ਼ ਕਰੋ ਤੇ ਵੀਜ਼ਾ ਰਿਜੈਕਸ਼ਨ ਆਪਣੇ ਆਪ ਖਤਮ ਹੋ ਜਾਏਗੀ। ਰਾਈਟ, ਸਾਡੇ ਨਾਲ ਕਾਲਰ ਇੱਕ ਹੋਰ ਜੁੜ ਚੁੱਕੇ, ਗੱਲਬਾਤ ਕਰ ਲੈਣੇ। ਹਾਂਜੀ ਸਤਿ ਸ਼੍ਰੀ ਅਕਾਲ। हेलो सत श्रीकाल जी। ਨਾਮ ਦੱਸ ਦਿਓ ਕਿਤੋਂ ਗੱਲ ਕਰ ਰਹੇ ਹੋ ਜੀ? मैं हिमाचल से गल कर रही हूँ मैम। जी दसो मैम। माय नेम इज कृति। मैंने अभी ना 12th का एग्जाम दिए थे तो रिजल्ट डिक्लेयर हो गया है। हाँ जी, आई हाँ गॉट 68% और आइल्स का मेरा एग्जाम है ये 27th ऑफ दिस मई। 7th तो ऑफ मुझे बस ये 27th ऑफ मई। तो 27th। मुझे बस ये चीज कंफर्म करनी कि आगे मेरे लिए क्या कोर्सेज रह सकते हैं। मेरा कॉमर्स बैकग्राउंड है। कॉमर्स बैकग्राउंड है और कितने परसेंटेज बताया आपने? 68। 68%। ओके। मैथ में कितने आए थे? मैं सॉरी आपके अकाउंट्स में? अकाउंट में 69। 69, ठीक है जी। 60 से कम तो नहीं है किसी में? नहीं। ठीक है, थैंक यू सो मच जी कॉल करे ਲਈ। आई थिंक मेरा सवाल सही ਸੀ, 60 ਤੋਂ ਘੱਟ ਨਹੀਂ ਹੋਣੇ ਚਾਹੀਦੇ ਸੀ, ਰਾਈਟ? ਮੈਨੂੰ ਲੱਗ ਰਿਹਾ ਕਿ ਥੋੜੇ ਥੋੜੇ ਕੰਸਲਟੈਂਟ ਤੁਸੀਂ ਬਣ ਗਏ ਹੋ। ਹਾਂਜੀ, ਤੇ ਇਹਨਾਂ ਲਈ ਤੁਸੀਂ ਕਮਰਸ ਤੋਂ ਹੈਗੇ ਆ ਤੇ ਕੀ ਇਹਨਾਂ ਨੂੰ ਕੋਰਸ ਪ੍ਰੋਵਾਈਡ ਕਰੋਗੇ ਤੇ ਕਿਹੜਾ ਕਾਲਜ ਵਗੈਰਾ ਮੇ ਵੀ ਹੋ ਸਕਦਾ? ਸੋ ਵੈਲ ਡਨ ਕ੍ਰਿਤੀ ਐਂਡ ਮੈਨੀ ਕੰਗ੍ਰੈਚੁਲੇਸ਼ਨਸ, ਤੁਹਾਡਾ ਰਿਜ਼ਲਟ ਬਹੁਤ ਚੰਗਾ ਆਇਆ ਹੈ। ਸੋ ਯੂ ਹੈਵ ਪਲੈਂਟੀ ਆਫ ਆਪਸ਼ਨਸ ਅਵੇਲੇਬਲ ਬੋਥ ਇਨ ਕੈਨੇਡਾ ਐਂਡ ਆਸਟ੍ਰੇਲੀਆ। ਦੀ ਫਸਟ ਸਟੈਪ ਜੋ ਤੁਸੀਂ ਸਹੀ ਕਰ ਰਹੇ ਹੈਗੇ ਹੋ, 27 ਮਈ ਨੂੰ ਪੇਪਰ ਦੇ ਰਹੇ ਹੋ, ਨਾਲ ਆਪਣੇ ਅੱਛੇ ਕਾਲਜ ਔਰ ਪ੍ਰੋਗਰਾਮ ਨੂੰ ਆਇਡੈਂਟੀਫਾਈ ਕਰਨਾ ਸ਼ੁਰੂ ਕਰੋ। ਟਰਾਈ ਐਂਡ ਗੈਟ ਇਨ ਟੱਚ ਵਿਦ ਅ ਗੁੱਡ ਕੰਸਲਟੈਂਟ ਇਨ ਕੇਸ ਅਗਰ ਸਾਡੀ ਸਰਵਿਸਿਜ਼ ਚਾਹੀਦੀਆਂ ਹੋਣ, ਸਾਡਾ ਨੰਬਰ ਦਿੱਤਾ ਗਿਆ ਹੈ, ਸਾਡੇ ਨਾਲ ਤੁਸੀਂ ਇਹ ਕਨੈਕਟ ਬੈਕ ਕਰ ਸਕਦੇ ਹੈਗੇ ਹੋ। ਮੋਰ ਇੰਪੋਰਟੈਂਟਲੀ ਜਸਟ ਟਰਾਈ ਐਂਡ ਫਿਗਰ ਆਊਟ ਦੀ ਏਰੀਆਜ਼ ਜਿਹੜੇ ਉਹ ਪ੍ਰੋਗਰਾਮ ਲਵੋ ਜਿੱਥੋਂ ਐਜੂਕੇਸ਼ਨ ਟੂ ਇੰਪਲੋਏਬਿਲਟੀ ਮਿਲਦੀ ਹੋਵੇ। ਓਕੇ। ਯੂ ਹੈਵ ਟੂ ਬੀ ਫਿਊਚਰ ਫਿਟ। ਉਹ ਦੇਖੋ ਜੋ ਕੰਟਰੀ ਮੰਗਦਾ ਵੇ। ਇਫ ਦੈਟ ਕੰਟਰੀ ਡਿਮਾਂਡਸ ਕਿ ਮੈਨੂੰ ਸਪਲਾਈ ਚੇਨ ਦੇ ਲੋਕ ਚਾਹੀਦੇ ਨੇ, ਪਰਚੇਜ਼ ਦੇ ਲੋਕ ਚਾਹੀਦੇ ਨੇ, ਮੈਨੂੰ ਮਾਰਕੀਟਿੰਗ ਸਪੈਸ਼ਲਿਸਟ ਚਾਹੀਦੇ ਨੇ, ਸੋ ਉਹ ਚੀਜ਼ਾਂ ਕਰੋ, ਜਨਰਿਕ ਚੀਜ਼ਾਂ ਤੋਂ ਦੂਰ ਰਹੋ। ਦੂਸਰੀ ਮੇਰੀ ਐਡਵਾਈਸ ਇਹ ਰਹੇਗੀ, ਜਿਹੜੇ ਬੱਚੇ ਸਾਰੇ ਦੌੜ ਰਹੇ ਨੇ ਇੱਕ ਪਾਸੇ ਨੂੰ, ਕੈਨੇਡਾ ਇਜ਼ ਨਾਟ ਬਰੈਂਪਟਨ। ਕੈਨੇਡਾ ਬਰੈਂਪਟਨ ਤੋਂ ਜਾਂ ਟੋਰਾਂਟੋ ਤੋਂ ਇਲਾਵਾ ਵੀ ਬਹੁਤ ਕੁਝ ਹੈਗਾ ਐਂਡ ਦੇਰ ਆਰ ਲੋਟ ਆਫ ਸਬਸਿਡੀਜ਼ ਵਿਚ ਹੈਵ ਬੀਨ ਆਫਰਡ ਬਾਈ ਗਵਰਨਮੈਂਟ। ਬਹੁਤ ਸਾਰੀ ਚੀਜ਼ਾਂ ਸਰਕਾਰਾਂ ਦੀ ਉੱਥੋਂ ਦੀਆਂ ਪ੍ਰੋਵਿੰਸ ਸਰਕਾਰਾਂ ਦੇ ਏਰੀਆ ਨੇ, ਉਹਨਾਂ ਚੀਜ਼ਾਂ ਨੂੰ ਦੇਖੋ ਜਿੱਥੇ ਇਸ ਟਾਈਮ ਇੰਪਲੋਏਬਿਲਟੀ ਕ੍ਰੀਏਟ ਕੀਤੀ ਜਾ ਰਹੀ ਹੈ, ਉਸ ਪਾਸੇ ਚੱਲੋ ਜਿਸ ਪਾਸੇ ਕੱਲ ਤੁਹਾਨੂੰ ਫਿਊਚਰ ਨਜ਼ਰ ਆਏ। ਸੋ ਦੇਰ ਆਰ ਏਰੀਆਜ਼ ਲਾਈਕ ਸਕੈਚਵਨ, ਦੇਰ ਆਰ ਏਰੀਆਜ਼ ਲਾਈਕ ਅਲਬਰਟਾ, ਇਹਨਾਂ 'ਚ ਬਹੁਤ ਸਾਰੀ ਓਪਰਚੁਨਿਟੀਜ਼ ਔਰ ਬਹੁਤ ਸਾਰੀ ਹਾਲੇ ਖਪਤ ਹੋਣ ਵਾਲੀ ਹੈ ਬੱਚਿਆਂ ਦੀ। ਇੱਥੇ ਹੋਰ ਵੀ ਜ਼ਿਆਦਾ ਥੋੜਾ ਐਕਸਪਲੇਨ ਕਰਨ ਦੀ ਕੋਸ਼ਿਸ਼ ਮੈਂ ਪੁੱਛੂੰਗੀ ਹੋਰ ਵੀ ਸਵਾਲ, ਲੇਕਿਨ ਅਸੀਂ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦੀ, ਜੋ ਆਇਲਸ ਤੇ ਪੀਟੀ ਦਾ ਇੰਸਟੀਟਿਊਟ ਹੈ, ਪੀਟੀ ਦੇ ਇਲਾਵਾ ਤੁਸੀਂ ਟੋਫਲ ਵਗੈਰਾ ਵੀ ਕਰਾਉਂਦੇ ਹੋ? ਹਾਂਜੀ ਹਰਲੀਨ। ਤੇ ਅਗਰ ਮੈਂ ਪੀਟੀ ਦੀ ਕੁਝ ਫੈਸਿਲਿਟੀਜ਼ ਪੁੱਛਾਂ ਕੀ ਕੀ ਪ੍ਰੋਵਾਈਡ ਕਰਾਉਂਦੇ ਹੋ, ਕਿੱਦਾਂ ਮਤਲਬ ਲੈਬ ਤੇ ਹੈ ਹੀ ਹੈ, ਤੇ ਉਸ ਨੂੰ ਲੈ ਕੇ ਹੋਰ ਜਿੱਦਾਂ ਸਮਟਾਈਮ ਨਾ ਫੋਰ ਐਗਜ਼ਾਮਪਲ ਆਪਾਂ ਆਇਲਸ ਇੰਸਟੀਟਿਊਟ ਜਾਂਦੇ ਹਾਂ, ਬੱਚਿਆਂ ਤੋਂ ਬੜਾ ਵਾਰ ਪੁੱਛਦੇ ਹਾਂ ਕਿ 3 ਘੰਟੇ ਦੀ ਕਲਾਸ ਤੋਂ ਬਾਅਦ ਜਦੋਂ ਅਸੀਂ ਹੋਰ ਥੋੜਾ ਪੜ੍ਹਨਾ ਚਾਹੁੰਦੇ ਹਾਂ ਤੇ ਸਾਡੇ ਤੋਂ ਐਕਸਟਰਾ ਫੀਸ ਮੰਗੀ ਜਾਂਦੀ ਆ। ਇਹ ਹੈਗਾ ਹੈ ਚੰਡੀਗੜ੍ਹ ਦੇ ਵਿੱਚ, ਕਿਉਂਕਿ ਇੱਕ ਮੈਂ ਜਿਵੇਂ ਕਿਹਾ ਬਿਜ਼ਨਸ ਬਣਾਇਆ, ਇਹ ਵਿਲਵਿਨ 'ਚ ਵੀ ਇੱਦਾਂ ਹੀ ਹੁੰਦਾ? नहीं जी बिल्कुल नहीं, विलविन में ऐसा नहीं है। विलविन में हम एक्स्ट्रा क्लासेस प्रोवाइड करते हैं फ्री ऑफ कॉस्ट। और सबसे बड़ी बात है हरलीन, हमें बचपन से आदत पड़ी हुई है ट्यूशंस करने की, एक्स्ट्रा पढ़ने की, ठीक है? तो वो एक टीचर का सिर के ऊपर होना बहुत ज़रूरी है, तो इसीलिए हम एक्स्ट्रा क्लासेस लगाते हैं कि आदत जो है वो कंटिन्यू रहे और आप अपना रिजल्ट दे सको। जहाँ तक पीटी लैब्स का सवाल है, वहाँ हमारे जो सॉफ्टवेयर्स हैं वो बिल्कुल अपडेटेड हैं। जो नंबर आप हमारे यहाँ ले रहे हो उससे एक आधा ऊपर या नीचे ही आपका फाइनल एग्जाम में आएगा, तो आप श्योर होके जा सकते हो कि मैं अपना पेपर दूं ताकि मेरा रिजल्ट आए। ਇੱਦਾਂ ਦੇ ਬਹੁਤ ਬੱਚੇ ਹੈਗੇ ਆ ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਜੌਬ ਕਰ ਰਹੇ ਨੇ, ਜੌਬ ਦੇ ਟਾਈਮਿੰਗ 6-7 ਤੱਕ ਰਹਿੰਦੇ, ਲੇਕਿਨ ਉਹ ਜੇਕਰ ਪੜ੍ਹਨਾ ਚਾਹੁੰਦੇ ਉਹ ਕਦੋਂ ਤੁਹਾਡੇ ਕੋਲ ਆਏ? ये बहुत अच्छा सवाल है। जॉब के टाइमिंग के कारण वो अटेंड नहीं कर पाते हैं। हमारे पास एक सुबह 7 बजे का बैच है जो कि आइल्स का भी है, पीटी का भी है, और अगर आप टॉफल करना चाहते हैं तो उसका भी है, और रात 8:30 बजे तक हमारे बैचेस रन होते हैं। तो जब आप शाम को फ्री हो रहे हैं आप तब भी आ सकते हैं। आप सुबह 2 घंटे, शाम को 2 घंटे, या शाम में एक ही बारी भी आ सकते हैं। रात 8:30 बजे तक हमारा इंस्टीट्यूट ये सारे कोर्सेज प्रोवाइड करता है। ਰਾਈਟ। ਪ੍ਰਿयंका ਮੈਮ ਇੱਕ ਚੀਜ਼ ਹੋਰ ਵੀ ਆ, ਆਪਾਂ ਜਦੋਂ ਇੰਸਟੀਟਿਊਟ ਖੋਲ ਲੈਂਦੇ ਆ, ਮੇ ਬੀ ਇਹ ਕੁਐਸਚਨ ਸ਼ਾਇਦ ਥੋੜਾ ਹੋ ਸਕਦਾ ਹੈ ਤੁਹਾਨੂੰ ਪਸੰਦ ਨਾ ਆਵੇ ਜਾਂ ਆ ਵੀ ਸਕਦਾ ਹੈ, ਤੇ ਜਿਵੇਂ ਕਿ ਇੰਸਟੀਟਿਊਟ ਖੋਲ ਲੈਂਦੇ ਆਪਾਂ ਨਾ ਟੀਚਰਸ ਰੱਖ ਲੈਂਦੇ ਆ, ਆਪਾਂ ਕਹਿੰਦੇ ਚਲੋ ਤੁਸੀਂ ਪੜਾਓ, ਸਾਡਾ ਕੰਮ ਸਿਰਫ ਹੈਗਾ ਕਿ ਆਪਾਂ ਸਿਰਫ ਤੁਹਾਨੂੰ ਪ੍ਰੋਵਾਈਡ ਕਰਾ ਕੇ ਦਈਏ ਸਰਵਿਸ, ਬਟ ਤੁਹਾਨੂੰ ਦੇਖਿਆ ਗਿਆ ਹੈ ਕਿ ਤੁਸੀਂ ਖੁਦ ਇਨਵੋਲਵ ਹੁੰਦੇ ਹੋ ਚੀਜ਼ਾਂ 'ਚ। ਲੇਕਿਨ ਤੁਸੀਂ ਜਦੋਂ ਪੂਰਾ ਬੱਚੇ ਜਿੱਦਾਂ ਤੁਹਾਡੇ ਕੋਲ 200-300 ਬੱਚਾ ਹੈਗਾ ਹੈ, ਤੁਸੀਂ ਸਾਰਿਆਂ ਨੂੰ ਕਿੱਦਾਂ ਜੱਜ ਕਰੋਗੇ, ਕਿੱਦਾਂ ਤੁਹਾਨੂੰ ਪਤਾ ਲੱਗੇਗਾ ਕਿਹਦੇ 'ਚ ਕਿਹੜੀ ਕਮੀ ਆ? ਤੁਸੀਂ ਇਨਵੋਲਵ ਜ਼ਰੂਰ ਹੁੰਦੇ, ਇੱਕ ਸਬਜੈਕਟ ਜ਼ਰੂਰ ਪੜ੍ਹਾ ਦਿੰਦੇ ਹੋ, ਲੇਕਿਨ ਉਹਨਾਂ ਦਾ ਰਿਜ਼ਲਟ ਤੁਹਾਨੂੰ ਤੁਹਾਡੇ ਤੱਕ ਕਿੱਦਾਂ ਪਹੁੰਚੇਗਾ? ये
ये बहुत अच्छा क्वेश्चन है हरलीन, मैं फिर से कहूँगी, क्योंकि अपने एक एक स्टूडेंट के बारे में जानना बहुत ज़रूरी है ताकि उसका रिजल्ट आए। इसके लिए हर सैटरडे हम एक डाउट सेशन रखते हैं जिसमें बच्चा जिसको कोई भी प्रॉब्लम आ रही है वो आके 12 बजे से शुरू होता है 2 घंटे का, जिसमें आप लोग भी आ सकते हैं। वो फ्री ऑफ कॉस्ट है, कोई भी आ सकता है उसमें। और दूसरी बात, मैं खुद हर एक का टेस्ट इवेल्युएट कर कर उसको वापस करती हूँ, जिससे कि मुझे ये पता रहता है किस बच्चे की क्या प्रॉब्लम है और उसका सोल्यूशन क्या है, उसको हर मंडे सुबह बताया जाता है। ਰਾਈਟ। ਇੱਕ ਨਾ ਹੋਰ ਮੇਰੇ ਦਿਮਾਗ 'ਚ ਕੁਐਸਚਨ ਆ, ਕਿਉਂਕਿ ਆਪਾਂ ਰੋਜ਼ ਹੀ ਸੁਣਦੇ ਆ, ਇੱਕ ਨਾ ਜਦੋਂ ਇੱਕ ਨਾਮ ਬਣ ਜਾਂਦਾ, ਵਿਲਵਿਨ ਇੱਕ ਨਾਮ ਹੈ, 34 ਸੈਕਟਰ ਦੇ ਵਿੱਚ ਤੁਹਾਡਾ ਆਫਿਸ ਹੈਗਾ, ਜਦੋਂ ਨਾਮ ਬਣ ਜਾਂਦਾ ਨਾ ਡੈਮੋ ਕਲਾਸ ਦੇਣਾ ਬੰਦ ਕਰ ਦਿੰਦੇ ਆ, ਤੇ ਤੁਹਾਡਾ ਵੀ ਡੈਮੋ ਕਲਾਸ ਮਿਲਦਾ ਕਿ नहीं मिलता? देखो जी, डेमो के लिए मैं हमेशा एक बात कहूँगी, जब शादी भी होती है तो लड़का लड़की भी अपना डेमो ही देते हैं, फर्स्ट बेस्ट फुट फॉरवर्ड रखते हैं कि हम सबसे अच्छे हैं। असलियत तो तब पता चलती है जी जब आप क्लासों में बैठते हो। तो डेमो की बात नहीं है, आप फ्री जो हमारा सैटरडे को मास्टर क्लास है, डाउट सेशन है, आप आइए, उसमें अपनी पूरी तसल्ली करिए, उसके बाद हमें ज्वाइन करिए। राइट। साडा कॉलेज थोड़ा जिहा नीचे ऐड करना। हाँ जी हाँ जी हाँ जी हाँ जी। So demo is a very conventional word. I think mostly it has been misused by industry. हाँ जी। ਅਸੀਂ ਜਿਹੜੀ ਚੀਜ਼ ਕਰਦੇ ਹੈਗੇ, ਅਸੀਂ ਕਹਿੰਦੇ ਆ ਮਨੀ ਬੈਕ ਗਾਰੰਟੀ। ਯੂ ਜੁਆਇਨ ਆਰ ਕਲਾਸਿਸ, 2 ਦਿਨ ਲਗਾਓ, ਅਗਰ ਤੁਹਾਨੂੰ ਸਾਡੀ ਸਰਵਿਸਿਜ਼ ਚੰਗੀਆਂ ਨਾ ਲੱਗਣ, ਕੋਈ ਵੀ ਚੀਜ਼ ਤੁਹਾਡੇ ਮਨ 'ਚ ਆਵੇ ਕਿ ਨੋ ਦਿਸ ਇਜ਼ ਨਾਟ ਅਪ ਟੂ ਮਾਈ ਐਕਸਪੈਕਟੇਸ਼ਨ, 100% ਮਨੀ ਬੈਕ। ਅੱਛਾ, ਮਤਲਬ ਇਹ ਚੀਜ਼ ਤੁਸੀਂ ਟੀਵੀ 'ਚ ਕਹਿ ਰਹੇ ਹੋ? ਯੈਸ, ਵੀ ਆਰ ਦੀ ਓਨਲੀ ਇੰਸਟੀਚਿਊਟ ਇਨ ਦਿਸ ਰੀਜਨ ਜਿਹੜੀ ਇਸ ਚੀਜ਼ ਨੂੰ ਬੜੇ ਡੇਅਰਿੰਗਲੀ ਔਰ ਬੜਾ ਕੌਨਫੀਡੈਂਟਲੀ ਹਰ ਜਗ੍ਹਾ ਤੇ ਕਹਿੰਦਾ ਹੋਵੇ। ਯੂ ਵਾਕ ਇਨ ਟੂ ਆਰ ਆਫਿਸ, ਹਰ ਜਗ੍ਹਾ ਤੁਹਾਨੂੰ ਇਹ ਚੀਜ਼ ਲਿਖੀ ਮਿਲੇਗੀ। On our joining application form, this is clearly mentioned, within 48 hours 100% money is reimbursed in case if you are not satisfied. क्या बात है, मतलब डेमो क्लास तो छोड़ो, ਤੁਹਾਨੂੰ पूरी क्लास मिलेगी जेकर ਤੁਹਾਨੂੰ ਇੱਕ ਦਿਨ ਨਹੀਂ 2 ਦਿਨ ਮਿਲ ਰਹੇ ਆ, ਜੇਕਰ ਤੁਹਾਨੂੰ ਮਾਈਂਡ ਵਿੱਚ ਆ ਗਿਆ ਕਿ ਨਹੀਂ ਇਹ ਵੀ ਚੀਜ਼ ਬਹੁਤ ਜ਼ਰੂਰੀ ਹੈ। ਐਂਡ ਮੇ ਬੀ ਸ਼ਾਇਦ ਤੁਸੀਂ ਬਹੁਤ ਜ਼ਿਆਦਾ ਤੁਹਾਡਾ ਰੇਟ ਸਕਸੈਸ ਰੇਟ ਵੀ ਅੱਛਾ ਹੈ, ਰਿਜ਼ਲਟਸ ਵੀ ਅੱਛੇ ਹੈ, ਇਸ ਲਈ ਤੁਸੀਂ ਕੌਨਫੀਡੈਂਟ ਹੋ ਕਿ ਬੱਚੇ ਨੇ ਵਾਪਸ ਜਾਣਾ ਹੀ ਨਹੀਂ। ਠੀਕ ਹੈ, ਸਾਡਾ ਕਾਲ ਜੁੜ ਚੁੱਕੇ, ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ। सत श्री अकाल जी। हाँ जी, नाम दस दो जी, कितों गल कर रहे हो? अर्शिता नाम है जी मेरा, मैं बात कर रही हूँ मोहाली से। हाँ जी जी। मैंने ना मेडिकल की हुई है 12th में और पीटी का एग्ज़ाम भी एक बार दिया हुआ है, बट मेरे को नर्सिंग करनी है तो मेरे 65 नहीं आ रहे ईच में, पीटीए में एग्ज़ाम में। हाँ जी हाँ जी। +2 कब की थी मैम? अभी इसी साल क्लियर की है, इसी 70% मार्क्स आए हैं। अच्छा अच्छा, ठीक है। तो मोहाली जी हो, तुसीं सही जगह कॉल किया है, चंडीगढ़ ਦੇ ਵਿੱਚ ਆਫਿਸ ਹੈ ਤੇ ਪ੍ਰਿयंका मैम बैठे ਤੁਹਾਨੂੰ सुजेस्ट कर देंगे अच्छी तरह। जी मैम। मैम 65 ईच के लिए आपका नाम अगर मैंने ठीक से सुना तो अर्शिता। हाँ जी, अर्शिता। सो 65 ईच के लिए बहुत ज़रूरी है कि आपको अपने बेसिक्स को ठीक करना पड़ेगा और उसके लिए ज़रूरी है कि एक ढंग के AI सिस्टम पे आपको प्रैक्टिस करनी पड़ेगी। बेसिक्स ठीक करने के लिए बहुत सारे टिप्स होते हैं, ठीक है, जैसे कि स्पीकिंग, आपको रीड अलाउड जो है, किस तरह से आपकी फ्लुएंसी होनी चाहिए, आपकी पिच क्या होनी चाहिए, ये सारी चीज़ें कंट्रोल, सांस कहाँ लेना है कहाँ छोड़ना है, रीडिंग के ब्लैंक्स को करने के लिए आपको कॉलोकेशंस को याद करना है, डिक्टेशंस हमारे यहाँ सेशंस होते हैं, तो आपको ऐसे सेशंस लगाने पड़ेंगे। पहले बेसिक ठीक करना पड़ेगा, फिर ये आप एक ऊंचा स्कोर ले सकते हैं। बिना बेसिक ठीक के एक ऊंचा स्कोर नहीं आ सकता है। ਰਾਈਟ, ਥੈਂਕ ਯੂ ਸੋ ਮਚ ਕਾਲ ਕਰਨ ਲਈ। ਤੁਸੀਂ ਮੋਹਾਲੀ ਦੇ ਵਿੱਚ ਹੀ ਹੋ ਤੇ ਚੰਡੀਗੜ੍ਹ ਜ਼ਿਆਦਾ ਦੂਰ ਨਹੀਂ ਹੈਗਾ, ਤੁਸੀਂ ਜਾ ਕੇ ਉੱਥੇ ਕਲਾਸਿਸ ਲੈ ਸਕਦੇ ਹੋ। ਜਿਵੇਂ ਕਿ ਸਰ ਨੇ ਹੁਣੇ ਅਨਾਉਂਸ ਕੀਤਾ ਹੈ, 2 ਦਿਨ ਦੀ ਤੁਹਾਨੂੰ ਕਲਾਸਿਸ ਮਿਲੇਗੀ, ਲੇਕਿਨ ਉਸ ਵਿੱਚ ਤੁਹਾਨੂੰ ਜਿਵੇਂ ਅਗਰ ਤੁਹਾਡਾ ਮਨ ਹੈ ਕਿ ਨਹੀਂ ਕਰਨਾ ਹੈ, ਤੁਹਾਨੂੰ ਪੂਰੇ ਪੈਸੇ ਵਾਪਸ ਮਿਲ ਜਾਓਗੇ। ਠੀਕ ਹੈ। ਇੱਕ ਹੋਰ ਚੀਜ਼ ਵਿਲਵਿਨ ਦੀ ਖਾਸੀਅਤ ਹੈ ਕਿ ਇਹ ਰਿਫਿਊਜ਼ਲ ਐਕਸਪਰਟ ਵੀ ਹੈਗੇ ਨੇ। ਤੇ ਸਰ ਮੈਂ ਪੁੱਛਣਾ ਚਾਹੂੰਗੀ, ਜੋ 100% ਸਕਸੈਸ ਰੇਟ ਉਹ 'ਚ ਕਈ ਜ਼ਿਆਦਾ ਰਿਫਿਊਜ਼ਲ ਵੀ ਆਏ ਹੋਣੇ, ਇੱਦਾਂ ਦੇ ਵੀ ਕੇਸਿਸ ਹੋਣੇ ਜਿਹ 'ਚ 2-3 ਵਾਰੀ ਰਿਫਿਊਜ਼ਲ ਆਏ ਸੀਗੇ, ਤੇ ਤੁਹਾਡੇ ਵੱਲੋਂ ਜਦੋਂ ਆਏ ਤਾਂ ਵੀਜ਼ਾ ਆ ਗਿਆ। ਇੱਦਾਂ ਦਾ ਕੀ ਮਿਕਸਚਰ ਕਰ ਦਿੰਦੇ ਹੋ SOP ਦੇ ਵਿੱਚ ਕਿ ਤੁਹਾਡੇ ਵੀਜ਼ਾ ਆ ਜਾਂਦੇ ਆ? ਹਰਲੀਨ, ਅਗੇਨ ਰਿਪੀਟਿੰਗ ਦਿਸ ਸੇਮ ਫੈਕਟ, ਸਭ ਤੋਂ ਪਹਿਲੀ ਚੀਜ਼, डोंट जस्ट गो विद 4-5 डॉक्यूमेंट्स कि मैं 4 अपने सर्टिफिकेट लगाते तो मेरा वीज़ा आएगा। एम्बेसी इज़ लुकिंग फॉरवर्ड फॉर समथिंग डिफरेंट। ਉਹਨੂੰ ਅਗਰ ਆਪਣੀ ਪ੍ਰੋਫਾਈਲ ਨੂੰ ਠੀਕ ਤਰ੍ਹਾਂ ਆਪਣਾ ਅੱਛਾ ਇੱਕ CV ਬਣਾਓ, 2 ਲੈਟਰ ਆਫ ਰਿਕਮੈਂਡੇਸ਼ਨ ਲਗਾਓ, ਟਰਾਈ ਐਂਡ ਸਟਿਚ ਗੁੱਡ SOP, ਅੱਛਾ SOP ਕਿਸੇ ਕੰਟੈਂਟ ਰਾਈਟਰ ਦੀ ਹੈਲਪ ਨਾਲ ਬਣਾਓ, ਉਹਦੇ ਨਾਲ ਆਪਣੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੀ ਕੋਈ ਸਰਟੀਫਿਕੇਟਸ ਲਗਾਓ। ਇਟ ਸ਼ੁੱਡ ਲੁੱਕ ਲਾਈਕ ਅ ਕੰਪਲੀਟ ਪ੍ਰੋਫਾਈਲ ਰਾਦਰ ਦੈਨ ਅ ਸਿੰਪਲ ਸਟੂਡੈਂਟ ਕਾਈਂਡ ਆਫ ਵੀਜ਼ਾ ਐਪਲੀਕੇਸ਼ਨ।
ਪ੍ਰੈਜੈਂਟੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਰਾਈਟ ਤੁਸੀਂ ਜਿੱਦਾਂ ਗੱਲ ਕਰ ਰਹੇ ਹੋ ਪ੍ਰੋਫਾਈਲ ਦੀ, ਸਾਡੇ ਇੰਡੀਆ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਇਹ ਚੀਜ਼ ਸੱਚਾਈ ਹੈ, ਮੈਂ ਆਡੀਅנס ਵੀ ਐਗਰੀ ਹੋਏਗੀ। ਸਮ ਟਾਈਮ ਆਪਾਂ ਜਿੱਦਾਂ 2012 ਚ ਆਪਾਂ ਗ੍ਰੈਜੂਏਸ਼ਨ ਕੀਤੀ ਹੈ, ਫੋਰ ਐਗਜ਼ਾਮਪਲ ਬੀਕਾਮ ਕਰ ਲਈ, ਤੇ ਉਸ ਤੋਂ ਬਾਅਦ ਬੱਚਾ ਜੌਬ ਕਰਨ ਚੱਲ ਜਾਂਦਾ ਸੇਲ ਐਂਡ ਮਾਰਕੀਟਿੰਗ ਦੇ ਵਿੱਚ, ਫਿਰ ਉਹ ਆ ਜਾਂਦਾ ਮੈਨੇਜਰ ਬਣ ਜਾਂਦਾ ਕਿਸੇ ਬੈਂਕ ਦਾ, ਫਿਰ ਇਕਨੋਮਿਕਸ ਦੀ ਸਟਰੀਮ, ਮਤਲਬ ਚੇਂਜ ਕਰਦਾ ਰਹਿੰਦਾ ਜੌਬ, ਲੇਕਿਨ ਆਪਣੀ ਸਟੱਡੀ ਦੇ ਹਿਸਾਬ ਨਾਲ ਉਹ ਕਰਦਾ 5-6 ਸਾਲ ਬਾਅਦ, ਜੋ ਉਹਨੂੰ ਪਤਾ ਲੱਗਦਾ ਚਲੋ ਹੁਣ ਮੈਂ ਬਾਹਰ ਜਾਣਾ, ਆਪਣੀ ਸਟੱਡੀ ਦੇ ਹਿਸਾਬ ਨਾਲ ਜੌਬ ਕਰ ਲੈਣਾ। ਫਿਰ ਇਹ ਜਸਟੀਫਿਕੇਸ਼ਨ ਆਪਾਂ ਕਿੱਦਾਂ ਦੇਵਾਂਗੇ ਬਾਹਰ ਐਮਬੈਸੀ ਨੂੰ? ਸੀ ਸਿੰਪਲ ਚੀਜ਼ ਹੈਗੀ, ਤੁਸੀਂ ਪਹਿਲੇ ਤੇ ਆਪਣੀ ਸਾਰੀ ਚੀਜ਼ਾਂ ਨੂੰ ਜੋ ਵੀ ਤੁਹਾਡੇ ਐਕਸਪੀਰੀਐਂਸਿਸ ਹੈਗੇ ਨੇ ਉਹਨਾਂ ਨੂੰ ਸਿਕੁਐਂਸ਼ਲੀ ਸਟਿਚ ਕਰੋਗੇ ਕਿ ਮੇਰਾ ਕਰੀਅਰ ਪ੍ਰੋਗਰੈਸ਼ਨ ਕੈਸੇ ਸੀ। ਐਜ਼ ਬਿਗਨਰ ਵੀ ਆਲ ਨੋ ਦੈਟ ਇੰਡੀਆ ਇਜ਼ ਵਨ ਆਫ ਦ ਟਫੈਸਟ ਕੰਟਰੀ, ਸਭ ਤੋਂ ਔਖਾ ਇੱਥੇ ਨੌਕਰੀ ਲੈਣਾ ਬਿਕਾਜ਼ ਆਫ ਆਰ ਫੀਅਰਸ ਕੰਪੀਟੀਸ਼ਨ। ਜਿਵੇਂ ਸਾਨੂੰ ਨੌਕਰੀ ਮਿਲੀ, ਮੈਂ ਉਸ ਨੌਕਰੀ ਤੋਂ ਕੀ ਸਿੱਖਿਆ, ਇਸ ਆਊਟਕਮ ਤੋਂ ਬਾਅਦ ਮੈਂ ਆਪਣਾ ਕਰੀਅਰ ਮੂਵ, ਨੈਕਸਟ ਮੇਰਾ ਕਰੀਅਰ ਮੂਵ ਕੀ ਸੀ। ਆਫਟਰ ਹੈਵਿੰਗ ਸਪੈਂਡਿੰਗ 7-8 ਈਅਰਸ, ਨਾਓ ਆਈ ਐਮ ਰਿਅਲਾਈਜ਼ਿੰਗ ਕਿ ਅਗਰ ਮੈਨੂੰ ਮਿਡਲ ਲੈਵਲ ਮੈਨੇਜਮੈਂਟ ਤੇ ਜਾਣਾ ਹੋਵੇ ਜਾਂ ਆਪਣੇ ਕਰੀਅਰ ਨੂੰ ਗਰੋਥ ਲੈ ਕੇ ਜਾਣੀ ਹੈ ਜਾਂ ਮੈਂ ਕਿਸੇ ਅੱਗੇ ਸੀਨੀਅਰ ਪੋਜੀਸ਼ਨ ਤੇ ਪਹੁੰਚਣਾ ਹੈ, ਤੇ ਉਹਦੇ ਵਾਸਤੇ ਮੈਨੂੰ ਕੋਈ ਜਨਰਲ ਮੈਨੇਜਮੈਂਟ ਜਾਂ ਮੈਨੂੰ ਕੋਈ ਸਕਿੱਲ ਬਿਲਡਿੰਗ ਜਾਂ ਮੈਨੂੰ ਕੋਈ ਐਸਾ ਕੋਰਸ ਕਰਨਾ ਪਏਗਾ ਜਿਹੜਾ ਮੇਰੇ ਕਰੀਅਰ ਨੂੰ ਅੱਗੇ ਲੈ ਕੇ ਜਾਏ। ਓਕੇ, ਮਤਲਬ ਐਕਸਪਲੇਨੇਸ਼ਨ, ਮਤਲਬ ਐਸਓਪੀ ਚ ਇਹ ਲਿਖਣਾ ਜ਼ਰੂਰੀ ਹੁੰਦਾ, ਤੇ ਐਸਓਪੀ ਤੁਸੀਂ ਖੁਦ ਲਿਖਦੇ ਹੋ ਕਿ ਬੱਚੇ ਨੂੰ ਨਾਲ ਬਿਠਾ ਕੇ ਲਿਖਵਾਉਂਦੇ ਹੋ? ਸੀ ਐਸਓਪੀ ਦੇ ਬੇਸਿਕ ਕੰਟੈਂਟ ਜਿਹੜਾ ਹੈਗਾ ਅਸੀਂ ਬੱਚੇ ਕੋਲ ਲੈਣੇ ਹੈਗੇ ਆ। ਵੀ ਆਰ ਸਪੈਸ਼ਲਾਈਜ਼ਡ ਇਨ ਟਰਮਸ ਆਫ ਕੰਟੈਂਟ ਰਾਈਟਿੰਗ। ਸਾਡੀ ਇੱਕ ਟੀਮ ਹੈਗੀ ਹੈ ਜਿਹੜੇ ਕਿ ਹਾਈਲੀ ਸਕਿਲਡ ਰਿਸੋਰਸਿਸ ਨੇ, ਜਿਹੜੇ ਇਹ ਸਾਰਾ ਕੰਮ ਸਾਡੇ ਨਾਲ ਮਿਲ ਕੇ ਕਰਦੇ ਨੇ। ਦੀ ਓਨਲੀ ਥਿੰਗ ਵਿਚ ਆਈ ਵੁੱਡ ਲਾਈਕ ਟੂ ਹਾਈਲਾਈਟ ਇਜ਼ ਕਿ ਮੇਰੇ ਇਸ ਆਫਿਸ ਵਿੱਚ ਕੋਈ ਵੀ ਐਸਾ ਕੇਸ ਨਹੀਂ ਹੋਏਗਾ ਜਿਹੜੀ ਮੇਰੀ ਨਜ਼ਰ ਤੋਂ ਬਚ ਕੇ ਨਿਕਲੇ। ਹਰ ਐਸਓਪੀ ਦੀ ਫਾਈਨਲ ਵੈਲੀਡੇਸ਼ਨ ਮੈਂ ਕਰਦਾ, ਜਦ ਤੱਕ ਮੈਨੂੰ ਉਹਦੇ ਉੱਪਰ ਸੈਟੀਸਫੈਕਸ਼ਨ ਨਹੀਂ ਹੈਗੀ, ਵੈਦਰ ਇਟ ਟੇਕਸ 4 ਡੇਜ਼ ਔਰ ਵੈਦਰ ਇਟ ਟੇਕਸ 40 ਡੇਜ਼, ਅਸੀਂ ਉਸ ਕੇਸ ਨੂੰ ਅੱਗੇ ਫਾਰਵਰਡ ਨਹੀਂ ਕਰਦੇ, ਬਿਕਾਜ਼ ਇਹੀ ਉਹ ਚੀਜ਼ ਹੈ ਜਿਹਦੇ ਨਾਲ ਡਿਸੀਜਨ ਆਉਂਦਾ ਵੇ। ਰਾਈਟ, ਐਂਡ ਇਟ ਹੈਜ਼ ਟੂ ਬੀ ਫਸਟ ਟਾਈਮ ਰਾਈਟ। ਓਕੇ, ਪ੍ਰਿਯੰਕਾ ਮੈਮ, ਆਇਲਸ ਦੀ ਗੱਲਬਾਤ ਕਰਦੇ ਹਾਂ, ਤੇ ਆਇਲਸ ਨੂੰ ਲੈ ਕੇ ਤੁਸੀਂ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮਤਲਬ ਕਿੱਦਾਂ ਕਰੀਏ ਅਗਰ ਤੁਹਾਡੇ ਕੋਲ ਵੀ नहीं पहुंच पाते, तो अपने घर बैठे बैठे किद्दां वो कर सकते हैं आइल्स? देखिए जी, आइल्स करने के लिए सबसे बड़ी बात है लगन और मेहनत। अच्छा लगन और मेहनत हो और राइट मटेरियल हो आपके पास, ठीक है, तभी आप आइल्स कर सकते हैं। एग्जाम लेवल का मटेरियल ज़रूरी है, तो एक अच्छा मेंटर होना, यानी कि एक अच्छा टीचर आपके पास होना बहुत ज़रूरी है। अगर वो सही दिशा दिखाएगा तो आप स्कोर ले पाओगे, अगर सही दिशा ही नहीं है तो हम भटकते ही रहेंगे। राइट सर, तुसी की कहना चाहोगे ਜਾਂਦੇ ਜਾਂਦੇ? ਸਰ, ਆਈ ਥਿੰਕ ਸਾਡਾ ਨਾਮ ਹੀ ਬੋਲਦੇ ਜੀ, ਵਿਲ ਵਿਨ। ਅਸੀਂ ਇੱਕੋ ਗੱਲ ਕਹਾਂਗੇ, ਤੁਹਾਡੀ ਜਿੱਤ ਨਾਲ ਹੀ ਸਾਡੀ ਜਿੱਤ ਹੈ। ਵੀ ਵਿਲ ਮੇਕ ਯੂ ਵਿਨ। ਸਾਡੇ ਕੋਲ ਆਓ, ਬੈਠੋ, ਆਪਣੀ ਤਿਆਰੀ ਕਰੋ। ਸਾਡੇ ਰਿਜ਼ਲਟ ਜਿਹੜੇ ਨੇ ਅਨਮੈਚਡ ਨੇ। ਵੀ ਹੈਵ ਬੀਨ ਡਿਲੀਵਰਿੰਗ ਫਿਨੋਮੀਨਲ ਰਿਜ਼ਲਟਸ ਇਨ ਲਾਸਟ ਫਿਊ ਈਅਰਸ। ਔਰ ਸਾਡੇ ਬੱਚੇ ਸਾਡੇ ਐਂਬੈਸਡਰ ਨੇ। ਸਾਡੇ ਕੋਲ ਪੜ੍ਹਿਆ ਹੋਇਆ ਬੱਚਾ ਨਾ ਸਿਰਫ खुद अगे बढ़ता हुए अपने नाल होर रेफरेंसेस देके जांदा हुए, एंड वी विल कंटिन्यू दिस जर्नी। राइट, बिल्कुल, ऑल द वेरी बेस्ट एंड थैंक यू सो मच फॉर कमिंग। थैंक यू सो मच सर। एंड तुसी बहुत सारे अच्छे मतलब सानू जवाब देते, होप सो कि ऑडियंस नू समझ आ गया होगा किद्दां जाना है, की करना है स्टैप बाय स्टैप। अगर तां भी तुहाडे मन विच कोई सवाल रह गया, थल्ले दित्ते गए नंबर ते कॉल कर सकते हो। इस दे अलावा 34 सैक्टर चंडीगढ़ दे विच विल विन दा ऑफिस हैगा, उत्थे जाके तुसी जरूर मीट करके आओ। इस दे अलावा रीसेंट वीज़ा ते रीसेंट रिजल्ट देखना बहुत ज़रूरी है, उत्थे जाके देखा करो, तां ही तुहानू विश्वास होएगा। पुराने ना देखा करो, उन्होंने कहा करो रीसेंट सानू दिखाओ। टिल दैन देखते रहो वीज़ा लाइव। मैनू दो इजाजत, सत श्री अकाल।